ਗੁੱਡ ਮਾਰਨਿੰਗ ਸਟੂਡੈਂਟ। ਸਾਡਾ ਅੱਜ ਦਾ ਟੌਪਿਕ ਹੈ ਨੇਚਰ ਆਫ ਦੀ ਇੰਡੀਅਨ ਪਾਰਟੀ ਸਿਸਟਮ। ਭਾਰਤ ਦਾ ਸੰਵਿਧਾਨ ਹੈ ਜੋ ਉਸ ਦੇ ਵਿੱਚ ਭਾਰਤ ਦੇ ਲਈ ਸੰਸਦੀ ਲੋਕਤੰਤਰ ਦੀ ਵਿਵਸਥਾ ਕੀਤੀ ਗਈ ਹੈ। ਲੋਕਤੰਤਰ ਨੂੰ ਪ੍ਰਤੀਨਿਧ ਲੋਕਤੰਤਰ ਜਾਂ ਅਪ੍ਰਤੱਖ ਲੋਕਤੰਤਰ ਵੀ ਕਿਹਾ ਜਾਂਦਾ ਹੈ। ਜੋ ਰਾਜਨੀਤਿਕ ਦਲ ਨੇ ਇਹਨਾਂ ਤੋਂ ਬਿਨਾਂ ਹੈ ਜੋ ਲੋਕਤੰਤਰ ਦਾ ਪ੍ਰਬੰਧ ਕਰਨਾ ਅਸੰਭਵ ਹੈ। ਲੋਕਤੰਤਰ ਦੇ ਪ੍ਰਬੰਧ ਦੇ ਲਈ ਅਤੇ ਇਸ ਦੇ ਕੰਮਾਂ ਕਾਰਜਾਂ ਦੇ ਰਾਜਨੀਤਿਕ ਦਲਾਂ ਦੀ ਹੋਂਦ ਬਹੁਤ ਜ਼ਰੂਰੀ ਹੈ। ਲੋਕਤੰਤਰੀ ਦੇਸ਼ ਨੇ ਜੋ ਉਹਨਾਂ ਦੇ ਵਿੱਚ ਭਾਰਤ ਦੇ ਵਿੱਚ ਵੀ ਰਾਜਨੀਤਿਕ ਦਲਾਂ ਦੀ ਹੋਂਦ ਕੀਤੀ ਗਈ ਦੂਜੇ ਦੇਸ਼ਾਂ ਦੀ ਵਾਂਗ। ਰਾਜਨੀਤਿਕ ਦਲਾਂ ਦੀ ਹੋਂਦ ਭਾਵੇਂ ਸਾਰੇ ਹੀ ਲੋਕਤੰਤਰ ਦੇਸ਼ਾਂ ਵਿੱਚ ਹੁੰਦੀ ਹੈ, ਪਰ ਹਰੇਕ ਦੇਸ਼ ਦੇ ਵਿੱਚ ਜੋ ਦਲ ਪ੍ਰਣਾਲੀ ਦਾ ਕਾਰਜ ਪ੍ਰਬੰਧ ਹੈ ਉਹ ਇੱਕੋ ਜਿਹਾ ਨਹੀਂ ਹੁੰਦਾ। ਹਰ ਇੱਕ ਦੇਸ਼ ਦੇ ਵਿੱਚ ਅਲੱਗ ਅਲੱਗ ਜੋ ਭਿੰਨਤਾ ਵੇਖਣ ਨੂੰ ਮਿਲਦੀ ਹੈ। ਭਾਰਤ ਦੀਆਂ ਅਜਿਹੀਆਂ ਅਵਸਥਾਵਾਂ ਜਿਵੇਂ ਕਿ ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਅਵਸਥਾਵਾਂ ਤੋਂ ਜ਼ਰੂਰ ਪ੍ਰਭਾਵਿਤ ਹੁੰਦਾ ਹੈ। ਸਪਸ਼ਟ ਸੰਵਿਧਾਨਕ ਵਿਵਸਥਾ ਦੀ ਅਣਹੋਂਦ। ਦਲ ਪ੍ਰਣਾਲੀ ਦੇ ਵਿੱਚ ਕੀ ਕੀਤਾ ਗਿਆ, ਜੋ ਸੰਵਿਧਾਨ ਸੀ ਪਹਿਲਾਂ ਉਸ ਦੇ ਵਿੱਚ ਇਸ ਦੀ ਸਪਸ਼ਟ ਵਿਵਸਥਾ ਨਹੀਂ ਕੀਤੀ ਗਈ ਸੀ। 1985 ਦੇ ਵਿੱਚ 52ਵੀਂ ਸੋਧ ਦੇ ਦੁਆਰਾ ਇਹ ਦੇਖਿਆ ਗਿਆ ਕਿ ਦਲ ਪ੍ਰਣਾਲੀ ਦੀ ਮਨਾਹੀ ਸੰਬੰਧੀ ਸੰਵਿਧਾਨਕ ਵਿਵਸਥਾ ਕੀਤੀ ਗਈ ਸੀ। ਇਸ 52ਵੀਂ ਸੰਵਿਧਾਨਕ ਸੋਧ ਦੇ ਦੁਆਰਾ ਹੀ ਭਾਰਤੀ ਸੰਵਿਧਾਨ ਦੀ 10ਵੀਂ ਅਨੁਸੂਚੀ ਦੇ ਵਿੱਚ ਰਾਜਨੀਤਿਕ ਦਲ ਦੇ ਸ਼ਬਦਾਂ ਦਾ ਵਰਣਨ ਕੀਤਾ ਗਿਆ। ਨੈਕਸਟ ਪੁਆਇੰਟ ਹੈ ਬਹੁ ਦਲ ਪ੍ਰਣਾਲੀ। ਭਾਰਤ ਦੇ ਵਿੱਚ ਕੀ ਹੈ, ਬਹੁ ਦਲ ਪ੍ਰਣਾਲੀ ਹੈ। ਭਾਵ ਕੀ ਹੈ, ਇਸ ਦੇ ਵਿੱਚ ਕਈ ਰਾਸ਼ਟਰੀ ਰਾਜਨੀਤਿਕ ਦਲ ਅਤੇ ਕਈ ਰਾਜ ਦਲ ਹੁੰਦੇ ਨੇ। ਇਹਨਾਂ ਰਾਜ ਦਲਾਂ ਨੂੰ ਆਮ ਤੌਰ 'ਤੇ ਖੇਤਰੀ ਦਲ ਕਿਹਾ ਜਾਂਦਾ ਹੈ। ਜੋ ਬਾਕੀ ਦੇ ਰਾਜਨੀਤਿਕ ਦਲ ਨੇ ਉਹਨਾਂ ਦਾ ਰਜਿਸਟ੍ਰੇਸ਼ਨ ਹੈ ਜੋ ਉਹ ਇਲੈਕਸ਼ਨ ਕਮਿਸ਼ਨ ਦੇ ਕੋਲ ਕਰਵਾਇਆ ਜਾਂਦਾ ਹੈ, ਪਰ ਉਹਨਾਂ ਨੂੰ ਕੀ ਹੈ ਜੋ ਮਾਨਤਾ ਹੈ ਉਹ ਪ੍ਰਾਪਤ ਨਹੀਂ ਹੁੰਦੀ। ਇਹਨਾਂ ਦਲਾਂ ਨੂੰ ਚੋਣਾਂ ਦੇ ਵਿੱਚ ਭਾਗ ਲੈਣ ਦਾ ਅਧਿਕਾਰ ਹੈ ਉਹ ਪ੍ਰਾਪਤ ਹੁੰਦਾ ਹੈ। ਦੋ ਪ੍ਰਕਾਰ ਦੀ ਮਾਨਤਾ ਪ੍ਰਾਪਤ ਰਾਜਨੀਤਿਕ ਦਲ। ਭਾਰਤ ਦੇ ਵਿੱਚ ਰਾਜਨੀਤਿਕ ਦਲਾਂ ਦਾ ਚੋਣ ਆਯੋਗ ਦੇ ਕੋਲ ਰਜਿਸਟ੍ਰੇਸ਼ਨ ਹੋਣਾ ਬਹੁਤ ਜ਼ਰੂਰੀ ਹੈ। ਜਿਹੜਾ ਦਲ ਹੈ ਆਪਣਾ ਰਜਿਸਟ੍ਰੇਸ਼ਨ ਚੋਣ ਆਯੋਗ ਦੇ ਕੋਲ ਨਹੀਂ ਕਰਵਾਉਂਦਾ ਉਹ ਰਾਜਨੀਤਿਕ ਦਲ ਨਹੀਂ ਕਿਹਾ ਜਾਂਦਾ ਉਸਨੂੰ। ਚੋਣ ਆਯੋਗ ਨੇ ਰਾਜਨੀਤਿਕ ਦਲ ਨੂੰ ਮਾਨਤਾ ਦੇਣ ਦੇ ਸੰਬੰਧੀ ਕੁਝ ਨਿਯਮ ਨੇ ਜੋ ਨਿਸ਼ਚਿਤ ਕੀਤੇ ਗਏ ਨੇ। ਜਿਹੜੇ ਰਾਜਨੀਤਿਕ ਦਲ ਰਾਸ਼ਟਰੀ ਰਾਜਨੀਤਿਕ ਦਲਾਂ ਲਈ ਨਿਸ਼ਚਿਤ ਕੀਤੇ ਗਏ ਨਿਯਮਾਂ ਨੂੰ ਪੂਰਾ ਕਰਦੇ ਨੇ ਉਹਨਾਂ ਨੂੰ ਰਾਸ਼ਟਰੀ ਰਾਜਨੀਤਿਕ ਦਲ ਕਿਹਾ ਜਾਂਦਾ ਹੈ। ਜਿਹੜੇ ਦਲ ਰਾਜ ਦਲ ਦੀ ਮਾਨਤਾ ਪ੍ਰਾਪਤ ਕਰਨ ਦੇ ਲਈ ਇਲੈਕਸ਼ਨ ਕਮਿਸ਼ਨ ਦੇ ਦੁਆਰਾ ਨਿਸ਼ਚਿਤ ਨਿਯਮਾਂ ਨੂੰ ਪੂਰਾ ਕਰਦੇ ਨੇ ਉਹਨਾਂ ਨੂੰ ਕੀ ਕਹਿੰਦੇ, ਰਾਜ ਦਲ ਦੇ ਰੂਪ ਵਿੱਚ ਮਾਨਤਾ ਦਿੱਤੀ ਜਾਂਦੀ ਹੈ। ਇਸ ਤਰ੍ਹਾਂ ਦੋ ਪ੍ਰਕਾਰ ਦੇ ਕਿਹੜੇ ਹੋ ਗਏ, ਇੱਕ ਤਾਂ ਹੋ ਗਏ ਰਾਸ਼ਟਰੀ ਰਾਜਨੀਤਿਕ ਦਲ ਅਤੇ ਦੂਜੇ ਹੋ ਗਏ ਰਾਜ ਦਲ। ਨੈਕਸਟ ਪੁਆਇੰਟ ਹੈ ਗੈਰ ਮਾਨਤਾ ਪ੍ਰਾਪਤ ਰਾਜਨੀਤਿਕ ਦਲ। ਇਸ ਦੇ ਵਿੱਚ ਕੀ ਕੀਤਾ ਗਿਆ, ਰਾਜਨੀਤਿਕ ਦਲਾਂ ਦੇ ਵਿੱਚ ਕੁਝ ਅਜਿਹੇ ਹੁੰਦੇ ਨੇ ਜਿਨ੍ਹਾਂ ਨੂੰ ਮਾਨਤਾ ਪ੍ਰਾਪਤ ਨਹੀਂ ਹੁੰਦੀ। ਰਾਜਨੀਤਿਕ ਦਲਾਂ ਦੀ ਗਿਣਤੀ ਦੇ ਵਿੱਚ ਕਾਫੀ ਨੇ ਜੋ ਹਾਜ਼ਰ ਕੀਤੇ ਗਏ ਨੇ। ਇਹਨਾਂ ਦਲਾਂ ਨੂੰ ਚੋਣ ਆਯੋਗ ਦੀ ਮਾਨਤਾ ਹੈ ਜੋ ਪ੍ਰਾਪਤ ਨਹੀਂ ਹੁੰਦੀ, ਪਰ ਉਹ ਕੀ ਕਰਦੇ ਨੇ, ਚੋਣਾਂ ਦੇ ਵਿੱਚ ਭਾਗ ਲੈਂਦੇ ਨੇ। ਉਹਨਾਂ ਦੇ ਜੋ ਚੋਣ ਨਿਸ਼ਾਨ ਹੁੰਦੇ ਨੇ ਰਾਜਨੀਤਿਕ ਦਲ ਜੋ ਮਾਨਤਾ ਪ੍ਰਾਪਤ ਹੁੰਦੇ ਤਾਂ ਰਾਖਵੇਂ ਕੀਤੇ ਜਾਂਦੇ ਨੇ, ਪਰ ਜੋ ਗੈਰ ਮਾਨਤਾ ਪ੍ਰਾਪਤ ਹੁੰਦੇ ਨੇ ਉਹਨਾਂ ਦੇ ਚੋਣ ਨਿਸ਼ਾਨ ਰਾਖਵੇਂ ਨਹੀਂ ਹੁੰਦੇ। ਸਗੋਂ ਅਜਿਹੇ ਦਲਾਂ ਨੂੰ ਹਰੇਕ ਚੋਣ ਸਮੇਂ ਚੋਣ ਨਿਸ਼ਾਨ ਨੇ ਜੋ ਚੋਣ ਆਯੋਗ ਦੇ ਦੁਆਰਾ ਦਿੱਤੇ ਜਾਂਦੇ ਨੇ। ਰਾਜਨੀਤਿਕ ਦਲਾਂ ਦੀ ਰਜਿਸਟ੍ਰੇਸ਼ਨ ਜ਼ਰੂਰੀ। ਭਾਰਤ ਦੇ ਵਿੱਚ ਕੀ ਕੀਤਾ ਗਿਆ, ਹਰੇਕ ਰਾਜਨੀਤਿਕ ਦਲ ਦਾ ਜੋ ਇਲੈਕਸ਼ਨ ਕਮਿਸ਼ਨ ਦੇ ਕੋਲ ਰਜਿਸਟ੍ਰੇਸ਼ਨ ਹੋਣਾ ਬਹੁਤ ਜ਼ਰੂਰੀ ਹੈ। ਜਿਹੜਾ ਦਲ ਰਜਿਸਟ੍ਰੇਸ਼ਨ ਨਹੀਂ ਹੋਵੇਗਾ ਉਸ ਨੂੰ ਰਾਜਨੀਤਿਕ ਦਲ ਨਹੀਂ ਮੰਨਿਆ ਜਾਵੇਗਾ। ਵਿਰੋਧੀ ਧਿਰ ਦਾ ਬਹੁਦਲੀ ਹੁਣ ਸਰੂਪ। ਭਾਵ ਕੀ ਹੈ, ਸਾਡੇ ਦੇਸ਼ ਦੇ ਵਿੱਚ ਸੰਸਦ ਦੇ ਵਿੱਚ ਵਿਰੋਧੀ ਧਿਰ ਦਾ ਵੀ ਬਹੁਦਲੀ ਸਰੂਪ ਹੈ। ਇਸ ਦੇ ਵਿੱਚ ਅਨੇਕਾਂ ਰਾਜਨੀਤਿਕ ਵਿਰੋਧੀ ਦਲਾਂ ਪਾਰਟੀਆਂ ਦੇ ਰੂਪ ਵਿੱਚ ਕੰਮ ਕਰਦੀਆਂ ਨੇ ਜੋ ਇਸ ਨੂੰ ਕੀ ਕਰਦੇ ਨੇ, ਭਾਰਤੀ ਲੋਕਤੰਤਰ ਨੂੰ ਕਮਜ਼ੋਰ ਕਰਦੀਆਂ ਨੇ। ਰਾਜਨੀਤਿਕ ਦਲਾਂ ਦੇ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਦਾ ਆਪਸੀ ਫੁੱਟ ਹੁੰਦਾ, ਉਹਨਾਂ ਦੇ ਵਿੱਚ ਮਤਭੇਦ ਹੁੰਦਾ, ਜਿਸ ਦੇ ਕਾਰਨ ਵਿਰੋਧੀ ਦਲ ਸਰਕਾਰ ਦੀਆਂ ਨੀਤੀਆਂ ਦੀ ਉਸਾਰੂ ਆਲੋਚਨਾ ਕਰਨ ਤੇ ਘੱਟ ਤੋਂ ਘੱਟ ਇੱਕ ਦੂਜੇ ਨੂੰ ਕੀ ਕਰਦੇ ਨੇ, ਨੀਚਾ ਦਿਖਾਉਣ ਦੀ ਕੋਸ਼ਿਸ਼ ਕਰਦੇ ਨੇ। ਸੰਸਦ ਦੇ ਵਿੱਚ ਬਹੁਦਲ ਵਿਰੋਧੀ ਧਿਰ ਦੇ ਹੋਣ ਦੇ ਕਾਰਨ ਨਾ ਤਾਂ ਜਨਤਾ ਦੀ ਇੱਛਾ ਦੀ ਸਹੀ ਪ੍ਰਤੀਨਿਧਤਾ ਹੁੰਦੀ ਹੈ ਅਤੇ ਨਾ ਹੀ ਸ਼ਾਸਕ ਦਲ ਦਾ ਕੋਈ ਬਦਲ ਉਪਲਬਧ ਹੁੰਦਾ ਹੈ। ਭਾਵ ਕੀ ਹੈ, ਜੋ ਵਿਰੋਧੀ ਪਾਰਟੀਆਂ ਨੇ ਉਹ ਇੱਕ ਦੂਜੇ ਦੇ ਆਪਸ ਦੇ ਕੰਮਾਂ ਦੇ ਵਿੱਚ ਅੜਚਨ ਪਾਉਂਦੀਆਂ ਰਹਿੰਦੀਆਂ ਨੇ, ਆਪਣੀਆਂ ਮੰਗਾਂ ਨੇ ਜੋ ਮੰਗਦੀਆਂ ਰਹਿੰਦੀਆਂ ਨੇ ਅਤੇ ਇੱਕ ਦੂਜੀ ਪਾਰਟੀ ਦੀ ਵਿਰੋਧ ਹੈ ਜੋ ਕਰਦੀਆਂ ਰਹਿੰਦੀਆਂ ਨੇ। ਰਾਜਨੀਤਿਕ ਦਲਾਂ ਦੇ ਗਲਤ ਆਧਾਰ। ਇਸ ਦੇ ਵਿੱਚ ਕੀ ਹੁੰਦਾ ਕਿ ਭਾਰਤ ਦੇ ਵਿੱਚ ਕੀ ਨੇ, ਅਨੇਕਾਂ ਅਜਿਹੇ ਰਾਜਨੀਤਿਕ ਦਲ ਹੁੰਦੇ ਨੇ ਜੋ ਕਿ ਧਰਮ, ਭਾਸ਼ਾ ਆਦਿ 'ਤੇ ਆਧਾਰਿਤ ਹੁੰਦੇ ਨੇ। ਉਦਾਹਰਨ ਦੇ ਵਜੋਂ ਜਿਵੇਂ ਹਿੰਦੂ ਸਭਾ, ਮਹਾਂਸਭਾ ਹੋ ਗਈ, ਮੁਸਲਿਮ ਲੀਗ, ਮੁਸਲਿਮ ਅਕਾਲੀ ਦਲ, ਸ਼ਿਵ ਸੈਨਾ, ਇਹ ਕੀ ਨੇ, ਵੱਖ ਵੱਖ ਧਰਮਾਂ ਦੇ ਆਧਾਰਿਤ ਦਲ ਨੇ। ਭਾਰਤ ਦੇ ਅਜਿਹੇ ਰਾਜਨੀਤਿਕ ਦਲ ਹੁੰਦੇ ਨੇ ਉਹ ਕੀ ਕਰਦੇ ਨੇ, ਫਿਰਕੂ ਜਾਤੀ ਅਤੇ ਖੇਤਰੀ ਭਾਵਨਾ ਨੂੰ ਉਤੇਜਿਤ ਕਰਦੇ ਨੇ ਜੋ ਰਾਸ਼ਟਰੀ ਏਕਤਾ ਦੇ ਲਈ ਕੀ ਨੇ, ਹਾਨੀਕਾਰਕ ਸਾਬਤ ਹੁੰਦੀਆਂ ਨੇ। ਖੇਤਰੀ ਦਲਾਂ ਦੀ ਵੱਧ ਰਹੀ ਮਹੱਤਤਾ। ਭਾਰਤ ਦੇ ਵਿੱਚ ਰਾਜਨੀਤਿਕ ਦਲ ਨੇ ਜੋ ਕਾਫੀ ਗਿਣਤੀ ਦੇ ਵਿੱਚ ਵੱਧਦੇ ਨੇ, ਇਹਨਾਂ ਦੀ ਰਾਜਨੀਤਿਕ ਮਹੱਤਤਾ ਨੂੰ ਵਾਧਾ ਕਾਫੀ ਹੋ ਗਿਆ ਹੈ। ਜੋ ਖੇਤਰੀ ਦਲਾਂ ਦੀ ਵੱਧ ਰਹੀ ਮਹੱਤਤਾ ਦੇ ਕਾਰਨ ਹੀ ਰਾਸ਼ਟਰੀ ਰਾਜਨੀਤਿਕ ਦਲਾਂ ਨੂੰ ਵੱਖ ਵੱਖ ਰਾਜਾਂ ਦੇ ਵਿੱਚ
ਖੇਤਰੀ ਦਲਾਂ ਨਾਲ ਕੀ ਹੈ ਚੋਣ ਸਮਝੌਤੇ ਕਰਨੇ ਪੈਂਦੇ ਨੇ। ਨੈਕਸਟ ਪੁਆਇੰਟ ਹੈ ਯੂਥ ਪਾਵਰ। ਇਸ ਦੇ ਵਿੱਚ ਕੀ ਕੀਤਾ ਗਿਆ ਹੈ, ਜਦੋਂ ਤੋਂ 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਵਿਅਕਤੀਆਂ ਨੂੰ ਕੀ ਹੈ ਵੋਟ ਦੇਣ ਦਾ ਅਧਿਕਾਰ ਦਿੱਤਾ ਗਿਆ ਹੈ। ਹੁਣ ਅੱਜ ਕੱਲ੍ਹ ਦੀ ਜੋ ਜਨਰੇਸ਼ਨ ਹੈ ਉਹ ਪੜ੍ਹੀ ਲਿਖੀ ਹੈ, ਉਹ ਆਪਣੀ ਵੋਟ ਦੀ ਕੀ ਕਰਦੀ ਹੈ ਵਰਤੋਂ ਹੈ ਜੋ ਸਹੀ ਮਾਤਰਾ ਦੇ ਵਿੱਚ ਕਰਦੀ ਹੈ। ਉਸਨੂੰ ਪਤਾ ਹੈ ਕਿ ਕੌਣ ਇਨਸਾਨ ਹੈ ਸਹੀ ਹੈ, ਕਿਸ ਨੂੰ ਅਸੀਂ ਵੋਟ ਦੇਣੀ ਹੈ, ਉਹ ਆਪਣੇ ਸਹੀ ਢੰਗ ਦੇ ਨਾਲ ਹੈ ਜੋ ਵੋਟ ਦੀ ਵਰਤੋਂ ਕਰਦੇ ਨੇ। ਉਹਨਾਂ ਦੇ ਉੱਪਰ ਕੋਈ ਵੀ ਇਨਸਾਨ ਹੈ ਜੋ ਦਬਾਅ ਨਹੀਂ ਪਾ ਸਕਦਾ। ਲਗਭਗ ਹਰੇਕ ਰਾਸ਼ਟਰੀ ਰਾਜਨੀਤਿਕ ਦਲਾਂ ਦੇ ਵਿੱਚ ਯੂਥ ਦੀਆਂ ਸ਼ਾਖਾਵਾਂ ਨੇ ਜੋ ਸਥਾਪਿਤ ਕੀਤੀਆਂ ਗਈਆਂ ਨੇ। ਭਾਵ ਕੀ ਹੈ ਅਲੱਗ-ਅਲੱਗ ਸ਼ਾਖਾਵਾਂ ਸਥਾਪਿਤ ਨੇ, ਉਹਨਾਂ ਦਾ ਆਰੰਭ ਕੀਤਾ ਗਿਆ ਹੈ। ਅਜੋਕੇ ਸਮੇਂ ਦੇ ਵਿੱਚ ਲਗਭਗ ਹਰੇਕ ਰਾਜਨੀਤਿਕ ਦਲ ਦੇ ਵਿੱਚ ਵਿਅਕਤੀ ਨੂੰ ਵੱਧ ਤੋਂ ਵੱਧ ਲੋਕ ਸਭਾ ਜਾਂ ਰਾਜ ਵਿਧਾਨ ਸਭਾ ਦੀਆਂ ਚੋਣ ਟਿਕਟਾਂ ਦੇਣੀਆਂ ਆਰੰਭ ਕੀਤੀਆਂ ਗਈਆਂ ਨੇ। ਜਿਵੇਂ ਕਿ ਹੁਣ ਨਵੀਂ ਜਨਰੇਸ਼ਨ ਹੈ ਜੋ ਉਹ ਵੋਟਾਂ ਦੇ ਵਿੱਚ ਵੱਧ ਪੜ੍ਹੀ ਲਿਖੀ ਹੈ, ਉਹਨਾਂ ਨੂੰ ਨੌਲੇਜ ਹੈ ਵੀ ਕੀ ਸਹੀ ਹੈ ਆਪਣੇ ਲਈ, ਕਈ ਨਹੀਂ ਸਹੀ ਹੈ। ਇਸ ਤਰ੍ਹਾਂ ਕੀ ਹੈ ਵੱਖ-ਵੱਖ ਵਿਧਾਨ ਸਭਾ ਦੇ ਚੋਣਾਂ ਦੇ ਵਿੱਚ ਉਹ ਆਪਣਾ ਕੰਮ ਹੈ ਜੋ ਬਹੁਤ ਹੀ ਪ੍ਰਭਾਵਸ਼ਾਲੀ ਤਰੀਕੇ ਦੇ ਨਾਲ ਕਰਦੇ ਨੇ। ਪੁਰਾਣੀ ਪੀੜ੍ਹੀ ਦੇ ਲੋਕਾਂ ਦੇ ਵਿੱਚ ਅਤੇ ਹੁਣ ਦੀ ਜਨਰੇਸ਼ਨ ਦੇ ਵਿੱਚ ਕੀ ਹੈ ਕਾਫੀ ਫਰਕ ਹੈ। ਉਹ ਆਪਣੀ ਵੋਟ ਦੀ ਵਰਤੋਂ ਹੈ ਜੋ ਸਹੀ ਢੰਗ ਨਾਲ ਕਰਦੇ ਨੇ। ਇਸਤਰੀ ਸ਼ਕਤੀ ਦਾ ਉਭਾਰ। ਇਸ ਦੇ ਵਿੱਚ ਕੀ ਕੀਤਾ ਗਿਆ, ਪਹਿਲਾਂ ਕੀ ਸੀ ਇਸਤਰੀਆਂ ਨੂੰ ਸਿਰਫ ਘਰ ਦੇ ਵਿੱਚ ਹੀ ਰੱਖਿਆ ਜਾਂਦਾ ਸੀ, ਉਹਨਾਂ ਨੂੰ ਬਾਹਰ ਨਹੀਂ ਕੱਢਿਆ ਜਾਂਦਾ ਸੀ। ਪਰ ਬਾਅਦ ਦੇ ਵਿੱਚ ਕੀ ਹੈ ਇਸਤਰੀਆਂ ਨੇ ਜੋ ਉਹ ਰਾਜਨੀਤੀ ਦੇ ਵਿੱਚ ਸ਼ਾਮਲ ਹੋਣ ਲੱਗੀਆਂ, ਆਪਣੀ ਵੋਟ ਦੀ ਵਰਤੋਂ ਕਰਨ ਲੱਗੀਆਂ ਅਤੇ ਰਾਜਨੀਤਿਕ ਪਾਰਟੀਆਂ ਦੇ ਵਿੱਚ ਸ਼ਾਮਲ ਹੋਣ ਲੱਗ ਪਈਆਂ। ਇਸਤਰੀਆਂ ਕਿਨੇ ਚੋਣਾਂ ਦੇ ਵਿੱਚ ਵੱਧ ਚੜ੍ਹ ਕੇ ਭਾਗ ਲੈਣ ਲੱਗ ਪਈਆਂ, ਆਪਣੀ ਵੋਟ ਦੀ ਵਰਤੋਂ ਹੈ ਜੋ ਸਹੀ ਢੰਗ ਨਾਲ ਕਰਨ ਲੱਗ ਪਈਆਂ। ਉਹਨਾਂ ਦੇ ਉੱਪਰ ਕਿਸੇ ਤਰ੍ਹਾਂ ਦਾ ਵੀ ਦਬਾਅ ਹੈ ਜੋ ਨਹੀਂ ਹੁੰਦਾ, ਉਹ ਆਪਣੀ ਇੱਛਾ ਦੇ ਅਨੁਸਾਰ ਜਿਸ ਨੂੰ ਚਾਹਣ ਵੋਟ ਪਾ ਸਕਦੀਆਂ ਨੇ। ਇਸ ਤਰ੍ਹਾਂ ਕੀ ਹੈ ਉਹਨਾਂ ਇਸਤਰੀਆਂ ਦੀ ਗਿਣਤੀ ਕਾਫੀ ਜ਼ਿਆਦਾ ਹੋ ਗਈ ਜੋ ਸਥਾਨਕ ਪੱਧਰ ਜਾਂ ਰਾਜ ਪੱਧਰ ਦੇ ਉੱਪਰ ਅਗਵਾਈ ਦੀ ਭੂਮਿਕਾ ਨਿਭਾਉਣ ਲੱਗ ਪਈਆਂ। ਥੈਂਕ ਯੂ।